आप लिहो तुम कथा सुधारी। सतनाम श्री वाहिगुरु साहिब जी। श्री गुर कहियो सबन सिख सुनियो। शरदा धर नमरी होए मनियो। धिंगण मुद्दू दोए तिखान। ਕਰਨ ਕਾਰ ਮਹਿ ਬਹੁਤ ਸੁਜਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪ ਜੀ ਨੇ ਰਹਿਰਾਸ ਸਾਹਿਬ ਜੀ ਦੇ ਪਾਠ ਆਰਤੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਹੋ ਰਹੀ ਹੈ। ਜੋ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਉਪਦੇਸ਼ ਦਿੱਤੇ, ਉਹਨਾਂ ਦੀ ਕਥਾ ਲੜੀਵਾਰ ਚੱਲ ਰਹੀ ਹੈ। ਜੋ ਸਵਾਲ ਗੁਰੂ ਕੇ ਸਿੱਖਾਂ ਨੇ ਪੁੱਛੇ, ਮਹਾਰਾਜ ਉਹਨਾਂ ਸਵਾਲਾਂ ਦਾ ਜਵਾਬ ਦਿੰਦੇ ਹਨ। ਇਹ ਗੁਰਸਿੱਖ ਦੇਸਾਂ ਤੋਂ, ਪ੍ਰਦੇਸਾਂ ਤੋਂ, ਨਗਰਾਂ, ਸ਼ਹਿਰਾਂ, ਪਿੰਡਾਂ ਤੋਂ ਚੱਲ ਕੇ ਆਉਂਦੇ ਹਨ। ਗੁਰੂ ਜੀ ਦੀ ਬਾਣੀ ਪੜ੍ਹ ਕੇ ਸੁਣ ਕੇ ਨਿਹਾਲ ਹੁੰਦੇ ਹਨ। ਆਓ ਅਗਲੀ ਕਥਾ ਸਰਵਣ ਕਰੀਏ। ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਗੁਰ ਕਹਿਓ ਸਭਨੇ ਸਿੱਖ ਸੁਣਿਓ। ਮਹਾਰਾਜ ਨੇ ਜਿਹੜੇ ਉਪਦੇਸ਼ ਗੁਰੂ ਕੇ ਸਿੱਖਾਂ ਨੂੰ ਦਿੱਤੇ ਹਨ, ਉਹ ਗੁਰੂ ਕੇ ਸਿੱਖਾਂ ਨੇ ਸਾਰਿਆਂ ਨੇ ਸੁਣੇ ਹਨ। ਸ਼ਰਦਾ ਧਰ ਨਮਰੀ ਹੋਏ ਮਨਿਓ। ਔਰ ਗੁਰੂ ਕੇ ਸਿੱਖਾਂ ਨੇ ਉਹਨਾਂ ਉਪਦੇਸ਼ਾਂ 'ਤੇ ਸ਼ਰਧਾ ਰੱਖੀ ਹੈ ਤੇ ਪ੍ਰੇਮ ਨਾਲ ਉਹਨਾਂ ਨੂੰ ਮੰਨਿਆ ਤੇ ਕਮਾਇਆ ਹੈ। ਧਿੰਗਣ ਮੱਧੂ ਦੋਏ ਤੁਖਾਨ। ਸਾਧ ਸੰਗਤ ਜੀ, ਦੋ ਗੁਰਸਿੱਖ ਜੋ ਤਰਖਾਣ ਬਰਾਦਰੀ ਵਿੱਚੋਂ ਸਨ, ਰਾਮਗੜੀਆ ਬਰਾਦਰੀ ਵਿੱਚੋਂ, ਇੱਕ ਦਾ ਨਾਮ ਸੀ ਭਾਈ ਧਿੰਗਣ, ਇੱਕ ਦਾ ਨਾਮ ਸੀ ਭਾਈ ਮੱਧੂ। ਕਰਨ ਕਾਰ ਮਹਿ ਬਹੁਤ ਸੁਜਾਨ। ਇਹ ਭਾਈ ਧਿੰਗਣ ਤੇ ਭਾਈ ਮੱਧੂ ਦੋਵੇਂ ਆਪਣਾ ਜਿਹੜਾ ਮਿਸਤਰੀ ਦਾ ਲੱਕੜ ਦਾ ਕੰਮ ਹੈ, ਉਹ ਕੰਮ ਕਰਨ ਵਿੱਚ ਬੜੇ ਸਿਆਣੇ ਮਿਸਤਰੀ ਸਨ। ਰਹਿ ਗੁਰੂ ਹਰਗੋਬਿੰਦ ਤੀਰਾ। ਭਾਈ ਧਿੰਗਣ ਤੇ ਭਾਈ ਮੱਧੂ ਲੱਕੜੀ ਦਾ ਕੰਮ ਕਰਦੇ ਸਨ ਤੇ ਗੁਰੂ ਮਹਾਰਾਜ 6ਵੇਂ ਪਾਤਸ਼ਾਹ ਦੇ ਕੋਲ ਰਹਿੰਦੇ ਸਨ। ਨਿਤ ਲੰਗਰ ਕੀ ਲੱਕੜੀ ਚੀਰੈ। ਇਹ ਰੋਜ਼ ਲੰਗਰ ਵਾਸਤੇ ਲੱਕੜਾਂ ਚੀਰਿਆ ਕਰਦੇ ਸਨ। ਚੁੱਲ੍ਹੇ ਵਿੱਚ ਡਾਹਣ ਵਾਸਤੇ ਲੱਕੜ ਜਿਹੜੀ ਚੀਰੀ ਜਾਂਦੀ ਹੈ, ਲੱਕੜ ਚੀਰਨ ਦਾ ਕੰਮ ਭਾਈ ਧਿੰਗਣ ਤੇ ਭਾਈ ਮੱਧੂ ਤਰਖਾਣ ਕਰਿਆ ਕਰਦੇ ਸਨ। ਮੰਜੇ ਬਹੁਤ ਚੌਕੀਆਂ ਕਰਾ। ਫਿਰ ਜਦੋਂ ਸਮਾਂ ਮਿਲਦਾ ਸੀ, ਮੰਜੇ ਪਾਵੇ ਤਿਆਰ ਕਰਕੇ, ਵਿੱਚ ਸੇਰੂ ਪਾ ਕੇ, ਬਾਹੀਆਂ ਪਾ ਕੇ ਮੰਜੇ ਤਿਆਰ ਕਰਨੇ। ਫਿਰ ਉਹਨਾਂ ਨੂੰ ਬਣਾਈ ਵੀ ਕਰ ਦੇਣੀ ਤੇ ਮੰਜੇ ਤਿਆਰ ਕਰਕੇ ਦੇਣੇ ਸੰਗਤ ਵਾਸਤੇ। ਗੁਰੂ ਸਾਹਿਬ ਦੇ ਬੈਠਣ ਲਈ ਚੌਂਕੀਆਂ, ਪ੍ਰਸ਼ਾਦਾ ਛਕਣ ਵਾਲੀਆਂ ਚੌਂਕੀਆਂ, ਹੋਰ ਕਈ ਤਰ੍ਹਾਂ ਦੇ ਪੀੜੇ ਮੰਜੇ ਤਿਆਰ ਕਰਕੇ ਦਿੰਦੇ ਸਨ। ਸਤਿਗੁਰ ਕੇ ਘਰ ਮੈਂ ਸੋ ਧਰੈ। ਉਹ ਵਧੀਆ ਮੰਜੇ ਤੇ ਬਿਸਤਰ, ਮੰਜੇ ਤੇ ਚੌਂਕੀਆਂ ਤੇ ਲੱਕੜ ਦਾ ਕੰਮ ਜਿਹੜਾ ਵੀ ਹੁੰਦਾ ਸੀ, ਗੁਰੂ ਘਰ 'ਚ ਦਰਵਾਜ਼ੇ ਬਣਾਉਣੇ, ਤਖਤੇ ਬਣਾਉਣੇ ਜਾਂ ਹੋਰ ਕੋਈ ਲੱਕੜ ਦਾ ਕੰਮ, ਇਹ ਭੱਜ ਕੇ ਕਰਦੇ ਸਨ ਬੜੇ ਪ੍ਰੇਮ ਨਾਲ। 6ਵੇਂ ਪਾਤਸ਼ਾਹ ਦੇ ਕੋਲ ਭਾਈ ਧਿੰਗਣ ਤੇ ਭਾਈ ਮੱਧੂ ਲੱਕੜੀ ਦਾ ਕੰਮ ਕਰਦੇ ਸਨ। ਅਪਰ ਸਿੱਖ ਕੇ ਕਾਰਜ ਹੋਏ। ਕਿਸੇ ਹੋਰ ਗਰੀਬ ਸਿੱਖ ਦਾ ਕੋਈ ਕੰਮ ਹੋਵੇ, ਉਹਨੂੰ ਵੀ ਡਾਂਸ ਨਹੀਂ ਸੀ ਕਰਦੇ। ਜੇ ਕਿਸੇ ਸਿੱਖ ਨੇ ਕਹਿਣਾ ਭਾਈ ਮੇਰਾ ਮੰਜਾ ਤਿਆਰ ਕਰਨਾ, ਉਹ ਮੰਜਾ ਤਿਆਰ ਕਰ ਦਿੰਦੇ। ਕੋਈ ਕਹਿੰਦਾ ਮੈਨੂੰ ਚੌਂਕੀ ਚਾਹੀਦੀ ਹੈ, ਉਹਨੂੰ ਚੌਂਕੀ ਤਿਆਰ ਕਰ ਦਿੰਦੇ। ਜੇ ਕੋਈ ਲੱਕੜ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਹੁੰਦਾ ਸੀ, ਭਾਈ ਧਿੰਗਣ ਤੇ ਮੱਧੂ ਤਰਖਾਣ ਗੁਰੂ ਮਹਾਰਾਜ ਦੇ ਸਿੱਖਾਂ ਦੇ ਘਰਾਂ 'ਚ ਜਾ ਕੇ ਕੰਮ ਕਰਿਆ ਕਰਦੇ ਸਨ। ਕਰਕੇ ਪ੍ਰੇਮ ਬਣਾਵੈ ਸੋਏ। ਇਹ ਬੜੇ ਪ੍ਰੇਮ ਨਾਲ ਦੋਵੇਂ ਤਰਖਾਣ ਸੇਵਾ ਕਰਦੇ ਸੀ। ਗੁਰੂ ਘਰ ਦੀ ਸੇਵਾ ਹੋਵੇ ਭਾਵੇਂ ਸਿੱਖਾਂ ਦੇ ਘਰ ਦੀ ਹੋਵੇ, ਬੜੇ ਪ੍ਰੇਮ ਨਾਲ ਹੀ ਕਰਦੇ, ਸ਼ਰਧਾ ਨਾਲ ਕਰਦੇ ਸਨ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰੂਪ ਸਮਝ ਕੇ
ਗੁਰਸਿੱਖਾਂ ਦੀ ਟਹਿਲ ਕਰਿਆ ਕਰਦੇ ਸਨ। ਕਥਾ ਕੀਰਤਨ ਸ਼ਬਦ ਉਚਾਰ। ਜਦੋਂ ਕੀਰਤਨ ਹੁੰਦਾ ਸੀ, ਕਥਾ ਹੁੰਦੀ ਸੀ, ਗੁਰੂ ਦਰਬਾਰ ਵਿੱਚ ਬਾਣੀ ਪੜ੍ਹੀ, ਦੀਵਾਨ ਸਜਦਾ ਸੀ, ਜਦੋਂ ਸੁਨਹਿ ਪ੍ਰੇਮ ਤੇ ਕਾਜ ਵਿਸਾਰ। ਉਸ ਵੇਲੇ ਆਪਣਾ ਕੰਮਕਾਰ ਛੱਡ ਕੇ ਪ੍ਰੇਮ ਨਾਲ ਕਥਾ ਕੀਰਤਨ ਸੁਣਦੇ ਸਨ। ਬਾਕੀ ਸਮਾਂ ਸੇਵਾ ਕਰਦੇ ਸਨ। ਲੰਗਰ ਦੇ ਵਿੱਚ ਲੱਕੜਾਂ ਚੀਰਨੀਆਂ, ਜੇ ਕੋਈ ਗੁਰੂ ਘਰ ਦਾ ਦਰਵਾਜ਼ਾ ਬਣਾਉਣਾ, ਖਿੜਕੀ ਬਣਾਉਣੀ ਹੈ, ਜਾਂ ਕੋਈ ਉਦੋਂ ਲੱਕੜ ਦਾ ਕੰਮ ਬਹੁਤ ਹੁੰਦਾ ਸੀ, ਅੱਜ ਵੀ ਹੈ, ਜਿਵੇਂ ਮਧਾਣੀਆਂ ਤਿਆਰ ਕਰਨੀਆਂ ਜਾਂ ਖੇਤਾਂ ਵਿੱਚ ਕੰਮ ਕਰਨ ਦੇ ਲਈ ਜ਼ਿਮੀਂਦਾਰਾਂ ਨੂੰ ਪੰਜਾਲੀਆਂ ਬਣਵਾਉਣੀਆਂ, ਉਹ ਵੀ ਤਰਖਾਣਾਂ ਤੋਂ ਬਣਾਉਂਦੇ ਸਨ। ਗੱਡੇ ਰੇੜੇ ਵੀ ਤਰਖਾਣ ਹੀ ਤਿਆਰ ਕਰਦੇ ਸਨ। ਭਾਈ ਧਿੰਗੜ ਮੱਧੂ ਗੁਰੂ ਘਰ ਦਾ ਕੋਈ ਕੰਮ ਹੋਵੇ ਬੜੀ ਸ਼ਰਧਾ ਨਾਲ ਕਰਦੇ ਸਨ। ਪਰ ਕੰਮ ਤੋਂ ਬਾਅਦ ਜਦੋਂ ਦੀਵਾਨ ਸਜਦਾ ਸੀ, ਕਥਾ ਸੁਣਨ ਲਈ, ਕੀਰਤਨ ਸੁਣਨ ਲਈ ਉੱਥੇ ਆ ਕੇ ਬੈਠ ਜਾਂਦੇ ਸੀ। ਘੰਟਾ 2-2 ਘੰਟੇ 3-3 ਘੰਟੇ ਦੀਵਾਨ 'ਚ ਬਹਿਣਾ, ਕਥਾ ਸੁਣਨੀ, ਕੀਰਤਨ ਸੁਣਨਾ। ਪਾਛਲ ਰਾਤ ਹੋਏ ਸਾਵਧਾਨ। ਤੇ ਅੰਮ੍ਰਿਤ ਵੇਲੇ ਪਿਛਲੀ ਰਾਤ ਰਹਿੰਦੀ, 2-2:30 ਵਜੇ ਉੱਠ ਪੈਂਦੇ ਸਨ। ਪਿਛਲ ਰਾਤ ਨਾ ਜਾਗਿਓ ਜੀਵਦੜੋ ਮੋਇਓਏ, ਜੇ ਤਾਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਨੇ, ਜੇ ਤੂੰ ਪਿਛਲੀ ਰਾਤ ਜਾਗਿਆ ਨਹੀਂ ਨਾ ਅੰਮ੍ਰਿਤ ਵੇਲੇ, ਤੇ ਜਿਉਂਦਿਆਂ ਹੀ ਮਰਿਆ ਵਰਗਾ। ਪਿਛਲ ਰਾਤ ਨਾ ਜਾਗਿਓ ਹੈ ਜੀਵਦੜੋ ਮੋਇਓਏ, ਜੇ ਤਾਂ ਰੱਬ ਵਿਸਾਰਿਆ। ਜੇ ਤੂੰ ਰੱਬ ਨੂੰ ਭੁਲਾਈ ਬੈਠਾ, ਰੱਬ ਤਾਂ ਦੇਖ ਰਿਹਾ ਨਾ, ਉਹ ਤਾਂ ਨਹੀਂ ਭੁੱਲਿਆ, ਤੂੰ ਭੁਲਾਇਆ ਆਪਣੇ ਵੱਲੋਂ। ਉਹ ਤਾਂ ਹਰ ਵੇਲੇ ਧਿਆਨ ਦੇ ਰਿਹਾ ਵੀ ਕੀ ਬੰਦਾ ਕਰ ਰਿਹਾ। ਇਸ ਕਰਕੇ ਅੰਮ੍ਰਿਤ ਵੇਲੇ ਦਾ ਗੁਰੂ ਸਾਹਿਬ ਨੇ ਬਹੁਤ ਪਹਿਰਾ ਦਿੱਤਾ ਹੈ। ਭਾਈ ਧਿੰਗਣ ਤੇ ਮੱਧੂ ਤਰਖਾਣ ਅੰਮ੍ਰਿਤ ਵੇਲੇ ਆਪਿਓ 2:30 ਵਜੇ 2 ਵਜੇ ਉੱਠ ਕੇ ਇਸ਼ਨਾਨ ਕਰਿਆ ਕਰਦੇ ਸਨ। ਪੂਰਬ ਆਪ ਕਰਹਿ ਇਸ਼ਨਾਨ। ਪਹਿਲਾਂ ਆਪ ਇਸ਼ਨਾਨ ਕਰਨਾ, ਜਾ ਕੇ ਖੂਹ ਤੇ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰਨਾ। ਜਲ ਨਿਕਾਸ ਪੁਨ ਸਿੱਖ ਨਵਾਵੈ। ਫਿਰ ਬਾਲਟੀਆਂ ਨਾਲ, ਗੜਵਿਆਂ ਨਾਲ, ਡੋਲੂਆਂ ਨਾਲ ਜਲ ਕੱਢਣਾ ਖੂਹਾਂ 'ਚ। ਪਹਿਲਾਂ ਆਪ ਇਸ਼ਨਾਨ ਕਰ ਲੈਣਾ, ਫਿਰ ਹੋਰ ਸਿੱਖਾਂ ਨੂੰ ਇਸ਼ਨਾਨ ਕਰਾਉਣਾ। ਆਓ ਵੀ ਇਸ਼ਨਾਨ ਕਰ ਲਓ। ਸ੍ਰੀ ਅੰਮ੍ਰਿਤਸਰ ਸਰੋਵਰ ਦੇ 4 ਪਾਸੇ ਖੂਹ ਹੁੰਦੇ ਸਨ। ਹੁਣ ਤਾਂ ਉਹ ਖੂਹ 1-2 ਹੀ ਰਹਿ ਗਏ ਨਿਸ਼ਾਨੀਆਂ ਵਜੋਂ, ਜਿਵੇਂ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਖੂਹ ਇੱਕ ਹੈ। ਉਹਨਾਂ ਖੂਹਾਂ 'ਤੇ ਪਹਿਲਾਂ ਸੰਗਤਾਂ ਇਸ਼ਨਾਨ ਕਰਦੀਆਂ ਸਨ, ਫਿਰ ਸਰੋਵਰ 'ਚ ਇਸ਼ਨਾਨ ਕਰਦੀਆਂ ਸਨ, ਕਿਉਂਕਿ ਅਪਵਿੱਤਰ ਮੈਲਾ ਗੰਦਾ ਸਰੀਰ ਲੈ ਕੇ ਸਰੋਵਰ 'ਚ ਵੜਨ ਨੂੰ ਮਾੜਾ ਸਮਝਦੇ ਸਨ। ਸੋ ਇਸ ਕਰਕੇ ਇਹ ਜਿਹੜੇ ਸਿੱਖ ਸਨ, ਭਾਈ ਧਿੰਗਣ ਮੱਧੂ ਵਰਗੇ, ਇਹ ਖੂਹ ਤੋਂ ਪਾਣੀ ਕੱਢ ਕੇ ਨਾ ਆਈਆਂ ਹੋਈਆਂ ਸੰਗਤਾਂ ਨੂੰ ਇਸ਼ਨਾਨ ਕਰਾਉਂਦੇ ਸਨ। ਨਿਸ ਦਿਨ ਸਤਿਨਾਮ ਲਿਵ ਲਾਵੈ। ਦਿਨ ਰਾਤੀ ਵਾਹਿਗੁਰੂ 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 ਬੜੇ ਪ੍ਰੇਮ ਨਾਲ ਜਪਦੇ ਰਹਿੰਦੇ, ਲਿਵ ਲਾ ਕੇ ਸਿਮਰਨ ਕਰਦੇ ਰਹਿੰਦੇ ਸਨ। ਅੰਤ ਸਮਾਂ ਤਿੰਨ ਕੋ ਜਬ ਭਇਓ। ਜਦੋਂ ਭਾਈ ਧਿੰਗਣ ਜੀ ਦਾ ਤੇ ਭਾਈ ਮੱਧੂ ਜੀ ਦਾ ਅੰਤ ਸਮਾਂ ਆਇਆ, ਕਿਉਂਕਿ ਇਸ ਦੁਨੀਆ ਵਿੱਚ ਕੋਈ ਵੀ ਭਲਾ ਪੁਰਸ਼ ਆਇਆ ਹੈ, ਭਾਵੇਂ ਕੋਈ ਬੁਰਾ ਪੁਰਸ਼ ਆਇਆ ਹੈ, ਜਾਣਾ ਸਾਰਿਆਂ ਨਹੀਂ ਹੈ। ਸਰੀਰ ਕਰਕੇ ਕੋਈ ਨਹੀਂ ਗਿਆ ਰਿਹਾ। ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਇੱਥੋਂ ਸਭ ਨੇ ਵਾਰੀ ਜਾਣਾ ਹੁੰਦਾ। ਅੰਤ ਸਮਾਂ ਜਦੋਂ ਭਾਈ ਮੱਧੂ ਦਾ ਤੇ ਭਾਈ ਧਿੰਗਣ ਤਰਖਾਣ ਦਾ ਆਇਆ, ਪ੍ਰਥਮ ਇਸ਼ਨਾਨ ਸੁਦਾ ਸਰ ਕੀਓ। ਪਹਿਲਾਂ ਇਹਨਾਂ ਨੇ ਸ੍ਰੀ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕੀਤਾ ਜਾਣ ਤੋਂ ਪਹਿਲਾਂ। ਦੇਖੋ ਗੁਰੂ ਕੇ ਸਿੱਖਾਂ ਦੀ ਸ੍ਰੀ ਅੰਮ੍ਰਿਤਸਰ ਸਾਹਿਬ 'ਤੇ ਕਿੰਨੀ ਭਾਵਨਾ ਹੈ। ਅੱਜ ਵੀ ਆਪਾਂ ਰੋਜ਼ ਅਰਦਾਸੇ 'ਚ ਕੀ ਕਹਿੰਦੇ ਹਾਂ? ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਸੋ ਪਹਿਲਾਂ ਸਤਿਗੁਰੂ ਰਾਮਦਾਸ ਜੀ ਦੇ ਸਰੋਵਰ ਵਿੱਚ ਭਾਈ ਧਿੰਗਣ ਜੀ ਤੇ ਭਾਈ ਮੱਧੂ ਜੀ ਨੇ ਇਸ਼ਨਾਨ ਕੀਤਾ ਹੈ। ਜਿਤਕ ਪਦਾਰਥ ਨਿਕਟ ਨਿਹਾਰੇ। ਇਸ਼ਨਾਨ ਕਰਨ ਤੋਂ ਬਾਅਦ ਕੀ ਕੀਤਾ? ਵੀ ਜੋ ਕੁਝ ਘਰ ਵਿੱਚ ਸੀ, ਆਪਣੇ ਕੋਲ ਸੀ, ਆਪਣੀ ਕੋਈ ਜੇਬ 'ਚ ਪੈਸੇ ਸਨ ਮੰਨ ਲਓ, ਜਾਂ ਘਰ ਦੇ ਵਿੱਚ ਕੋਈ ਵਸਤੂ ਪਈ ਹੋਈ ਸੀ, ਮੰਜਾ ਬਿਸਤਰਾ, ਕੋਈ ਭਾਂਡਾ, ਕੁਛ ਵੀ ਸੀ, ਹਾਂਜੀ, ਨਿਜ ਕਰ ਤੇ ਰੰਕਨ ਦੇ ਸਾਰੇ। ਆਪਣੇ ਹੱਥੀਂ ਗਰੀਬਾਂ ਨੂੰ ਵੰਡ ਦਿੱਤਾ।
ਆਪਣੇ ਹੱਥੀਂ ਦਾਨ ਪੁੰਨ ਨਿਬੇੜ ਦਿੱਤਾ ਕੰਮ, ਵੀ ਇਹ ਚੀਜ਼ਾਂ ਕਿਸੇ ਦੇ ਕੰਮ ਆਉਣ, ਅਸੀਂ ਤੇ ਹੁਣ ਚਲੇ ਜਾਣਾ। ਇਹ ਦੁਨੀਆ ਸਰਾਂ ਹੈ ਸਾਧ ਸੰਗਤ ਜੀ। ਸਰਾਂ ਦੇ ਵਿੱਚ ਕਮਰਾ ਲਈਦਾ ਨਾ, ਰਾਤ ਰਹਿ ਕੇ ਤੇ ਸਵੇਰੇ ਚਾਬੀ ਕਿਸੇ ਹੋਰ ਨੂੰ ਫੜਾ ਕੇ ਜਾਣਾ ਪੈਂਦਾ। ਦੁਨੀਆ ਵਿੱਚ ਵੀ ਇਹ ਮਤ ਸੋਚੋ ਵੀ ਇਹ ਮਕਾਨ ਬਣ ਗਿਆ, ਘਰ ਬਣ ਗਿਆ ਤੇ ਮੇਰਾ ਹੈ ਸਦਾ ਵਾਸਤੇ। ਨਹੀਂ, ਅਸੀਂ ਇੱਥੇ ਮੁਸਾਫਰ ਹਾਂ। ਭਾਈ ਸਾਹਿਬ ਭਾਈ ਧਿੰਗਣ ਮੱਧੂ ਦੋਵੇਂ ਤਖਾਣ ਜਾਤੀ ਵਿੱਚੋਂ ਸਨ। ਆਪਣੀ ਸਾਰੀ ਉਮਰ ਕਿਰਤ ਕਰਦੇ ਰਹੇ, ਗੁਰੂ ਮਹਾਰਾਜ ਦੇ ਸਿੱਖਾਂ ਦੀ ਸੇਵਾ ਕਰਦੇ ਰਹੇ। ਅਖੀਰਲਾ ਸਮਾਂ ਆਇਆ, ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕੀਤੇ, ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕੀਤੇ ਤੇ ਆਪਣਾ ਸਮਾਨ ਗਰੀਬਾਂ ਵਿੱਚ ਵੰਡ ਦਿੱਤਾ। ਵਾਹਿਗੁਰੂ ਸਿਮਰਤ ਤਨ ਛੋਰਾ। ਵਾਹਿਗੁਰੂ 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 ਜਪਦੇ ਹੋਏ ਸਰੀਰ ਛੱਡ ਦਿੱਤਾ। ਇਹ ਸਰੀਰ ਨੂੰ ਤਿਆਗ ਕੇ ਜੋਤ ਪਰਮਾਤਮਾ ਵਿੱਚ ਲੀਨ ਹੋ ਗਈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੋਵੇਂ ਸਿੱਖ ਇਕੱਠੇ ਹੀ ਸਰੀਰ ਛੱਡ ਗਏ। ਗੁਰ ਬਿਨ ਕਰਿਓ ਨਾ ਮਨ ਕਿਸ ਓਰਾ। ਜਾਣ ਲੱਗਿਆਂ ਦੁਨੀਆ ਤੋਂ ਆਪਣਾ ਮਨ ਗੁਰੂ ਦੇ ਚਰਨਾਂ 'ਚ ਜੋੜਿਆ, ਹੋਰ ਕਿਸੇ ਪਾਸੇ ਨਾ। ਕਿਸੇ ਰਿਸ਼ਤੇਦਾਰ ਨੂੰ ਮਿਲਣਾ, ਨਾ ਕਿਸੇ ਨਾਲ ਕੋਈ ਦੁਨਿਆਵੀ ਲੈਣ ਦੇਣ ਦੀ ਕੋਈ ਗੱਲ ਯਾਦ ਕੀਤੀ। ਉਹ ਸਾਰਾ ਕੁਝ ਪਹਿਲਾਂ ਨਿਬੇੜ ਦਿੱਤਾ। ਆਪਣੇ ਕੋਲ ਜੋ ਕੁਝ ਵੀ ਹੈ ਤਾਂ ਗਰੀਬ ਹੀ ਸਨ, ਕਿਉਂਕਿ ਆਪਣੀ ਮਿਹਨਤ ਮਜ਼ਦੂਰੀ ਕਰਦੇ ਸਨ, ਬਹੁਤੇ ਅਮੀਰ ਨਹੀਂ ਸਨ। ਪਰ ਜਿੰਨਾ ਗਰੀਬੀ ਦਾਵੇ ਦਾ ਘਰ ਦਾ ਸਮਾਨ ਸੀ ਉਹ ਵੀ ਦੇ ਦਿੱਤਾ, ਉਹ ਵੀ ਨਹੀਂ ਰੱਖਿਆ, ਉਹ ਵੀ ਗਰੀਬਾਂ 'ਚ ਵੰਡ ਕੇ। ਤੇ ਭਾਈ ਧਿੰਗਣ ਜੀ ਤੇ ਭਾਈ ਮੱਧੂ ਜੀ ਗੁਰੂ ਗੁਰੂ ਜਪਦੇ ਹੋਏ ਗੁਰੂ ਦੀ ਪੁਰੀ ਨੂੰ ਚਲੇ ਗਏ। ਸਿੱਖ ਚਿਖਾ ਪਰ ਜਬ ਲੈ ਗਏ। ਜਦੋਂ ਭਾਈ ਸਾਹਿਬ ਜੀ ਦਾ ਸਰੀਰ ਇਸ਼ਨਾਨ ਕਰਾ ਕੇ, ਨਵੇਂ ਕੋ ਬਸਤਰ ਪਵਾ ਕੇ ਸਿੱਖ ਉਹਨਾਂ ਨੂੰ ਸ਼ਮਸ਼ਾਨ ਭੂਮੀ ਵਿੱਚ ਚਿਖਾ 'ਚ, ਜਿੱਥੇ ਉਹਨਾਂ ਦਾ ਅੰਗੀਠਾ ਤਿਆਰ ਕਰਨਾ ਸੀ, ਉੱਥੇ ਲੈ ਗਏ ਚਿਤਾ ਦੇ ਕੋਲ। ਸ੍ਰੀ ਹਰਗੋਬਿੰਦ ਪਹੁੰਚਤ ਭਏ। ਗੁਰੂ ਹਰਗੋਬਿੰਦ ਸਾਹਿਬ ਉੱਥੇ ਸ਼ਮਸ਼ਾਨ ਭੂਮੀ 'ਚ ਜਾ ਪਹੁੰਚੇ। 6ਵੇਂ ਪਾਤਸ਼ਾਹ ਦੇਖੋ ਆਪਣੇ ਸਿੱਖਾਂ ਨੂੰ ਕਿੰਨਾ ਪਿਆਰ ਕਰਦੇ ਸਾਧ ਸੰਗਤ ਜੀ। ਆਪਣੇ ਗਰੀਬ ਸਿੱਖਾਂ ਦੇ ਸੰਸਕਾਰ ਤੇ ਗੁਰੂ ਸਾਹਿਬ ਆਪ ਗਏ 6ਵੇਂ ਪਾਤਸ਼ਾਹ ਮਹਾਰਾਜ ਜੀ। ਹਾਂਜੀ, ਦੋਨੋਂ ਕੋ ਕਰ ਤੇ ਸੰਸਕਾਰਾ। ਇਹਨਾਂ ਦੋਵਾਂ ਸਿੱਖਾਂ ਦਾ, ਭਾਈ ਮੱਧੂ ਦਾ ਤੇ ਭਾਈ ਧਿੰਗਣ ਦਾ, ਸਤਿਗੁਰੂ ਆਪਣੇ ਹੱਥੀਂ ਸੰਸਕਾਰ ਕੀਤਾ। ਦੋਵਾਂ ਦੀ ਚਿਤਾ ਨੂੰ ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਗਨੀ ਲਾਈ। ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਦੋਵਾਂ ਦਾ ਸੰਸਕਾਰ ਕਰ ਦਿੱਤਾ। ਪਿਛੇ ਗੁਰੂ ਪ੍ਰਸੰਗ ਉਚਾਰਾ। ਪਿੱਛੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਪੁੱਛਿਆ, ਗਰੀਬ ਨਵਾਜ਼ ਇਹ ਬੜੇ ਪ੍ਰੇਮੀ ਸਿੱਖ ਸਨ, ਇਹ ਕਿਹੜੀ ਰੂਹ ਸਨ? ਤਾਂ ਗੁਰੂ ਸਾਹਿਬ ਜੀ ਦੱਸਦੇ ਹਨ, ਇਹ ਨਲ ਨੀਲ ਹੋਤੇ ਅਵਤਾਰ। ਮਹਾਰਾਜ ਕਹਿੰਦੇ ਭਾਈ ਇਹ ਪਿਛਲੇ ਜਨਮ 'ਚ ਨਲ ਤੇ ਨੀਲ ਸਨ। ਇਹ ਨਲ ਨੀਲ ਦਾ ਅਵਤਾਰ ਸਨ ਭਾਈ ਧਿੰਗਣ ਜੀ ਤੇ ਭਾਈ ਮੱਧੂ ਜੀ। ਕਰੀ ਬਿਨੈ ਇਨਹੁ ਇੱਕ ਬਾਰ। ਇੱਕ ਵਾਰੀ ਸ੍ਰੀ ਰਾਮਚੰਦਰ ਜੀ ਦੇ ਚਰਨਾਂ ਵਿੱਚ ਇਹਨਾਂ ਨੇ ਬੇਨਤੀ ਕੀਤੀ ਸੀ, ਹਮਕੋ ਭਗਤ ਦੇ ਬ੍ਰਹਮ ਗਿਆਨ। ਕਹਿਣ ਲੱਗੇ ਹੇ ਮਹਾਰਾਜ ਭਗਵਾਨ ਜੀ ਸਾਨੂੰ ਭਗਤੀ ਦਿਓ, ਸਾਨੂੰ ਬ੍ਰਹਮ ਗਿਆਨ ਦਿਓ। ਹਾਂਜੀ, ਹੋਵਹਿ ਲੀਨ ਆਨੰਦ ਮਹਾਨ। ਅਸੀਂ ਚਾਹੁੰਦੇ ਹਾਂ ਵੀ ਆਨੰਦ ਦੇ ਸਾਗਰ 'ਚ ਲੀਨ ਹੋਈਏ। ਉਸ ਭਗਤੀ ਦੀ ਪ੍ਰਕਾਸ਼ਠਾ ਜਿਹੜੀ ਪਰਮ ਉੱਚ ਅਵਸਥਾ ਹੈ, ਜਿੱਥੇ ਪਰਮਾਤਮਾ ਜਰੇ ਕਣ ਕਣ ਵਿੱਚ, ਜਰੇ ਜਰੇ 'ਚ, ਪੱਤੇ ਪੱਤੇ 'ਚ ਨਜ਼ਰ ਆਉਂਦਾ ਹੈ, ਜਿੱਥੇ ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕੁਝ ਸੁੱਝਦਾ ਹੀ ਨਹੀਂ। ਹਰ ਵੇਲੇ ਜਲਸ ਤੂੰ ਹੀ, ਥਲਸ ਤੂੰ ਹੀ, ਜਲ ਵਿੱਚ ਵੀ ਤੂੰ ਹੈ, ਥਲ ਵਿੱਚ ਵੀ ਤੂੰ ਹੈ। ਐਸੀ ਦ੍ਰਿਸ਼ਟੀ ਬਣ ਜਾਂਦੀ ਹੈ। ਸਾਡੀ ਵੀ ਉਹ ਬ੍ਰਹਮ ਦ੍ਰਿਸ਼ਟੀ ਕਰ ਦਿਓ। ਤਬ ਹਮਨੇ ਉਚਰਿਓ ਤਿਸ ਕਾਲ। ਤਾਂ ਉਸ ਵੇਲੇ ਮਹਾਰਾਜ ਸ੍ਰੀ ਰਾਮਚੰਦਰ ਜੀ ਨੇ ਇਹਨਾਂ ਨੂੰ ਕਿਹਾ ਸੀ, ਪੂਰ ਕਾਮਨਾ ਕਰਹਿ ਨਿਹਾਲ। ਕਿ ਸਮਾਂ ਆਵੇਗਾ ਤੁਹਾਡੀ ਕਾਮਨਾ ਪੂਰੀ ਕਰਾਂਗੇ। ਜਦੋਂ ਕਲਯੁਗ ਦੇ ਵਿੱਚ ਪਰਮੇਸ਼ਰ ਦਾ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੋਣਗੇ, ਉਹਨਾਂ ਦੀ 6ਵੀਂ ਜੋਤ
ਗੁਰੂ ਹਰਗੋਬਿੰਦ ਸਾਹਿਬ ਦੀ ਤੁਸੀਂ ਸੇਵਾ ਕਰੋਗੇ, ਅਬ ਸਤਿਗੁਰ ਕੇ ਸ਼ਬਦ ਕਮਾਏ। ਉਦੋਂ ਤੁਹਾਨੂੰ ਬ੍ਰਹਮ ਗਿਆਨ ਮਿਲੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਜਿਤਨੇ ਵੀ ਮਹਾਂਪੁਰਸ਼ ਹੋਏ, ਸ੍ਰੀ ਰਾਮਚੰਦਰ ਕ੍ਰਿਸ਼ਨ ਆਦਿਕ ਸਤਿਕਾਰਯੋਗ ਹੋਏ, ਉਹਨਾਂ ਨੇ ਜਪ ਤਪ ਕੀਤਾ, ਭਜਨ ਬੰਦਗੀ ਕੀਤੀ, ਪਰਮੇਸ਼ਰ ਦੀ ਸ਼ਕਤੀ ਨਾਲ ਦੁਨੀਆ ਵਿੱਚ ਆ ਕੇ ਸਮੇਂ ਸਮੇਂ ਅਨੁਸਾਰ ਪ੍ਰਚਾਰ ਕੀਤਾ। ਪਰ ਜਿਹੜੀ ਮੁਕਤੀ ਹੈ ਅੰਤ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆ ਕੇ ਮਿਲੀ ਹੈ। ਆਖੋ ਸ੍ਰੀ ਵਾਹਿਗੁਰੂ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ। ਸੋ ਉਹਨਾਂ ਨੇ ਵੀ ਬਚਨ ਕੀਤਾ ਵੀ ਸ੍ਰੀ ਗੁਰੂ ਨਾਨਕ ਸਾਹਿਬ ਦੇ ਘਰ ਜਾਓਗੇ, ਭਗਤੀ ਵੀ ਹੋਵੇਗੀ, ਬ੍ਰਹਮ ਗਿਆਨ ਵੀ ਹੋਵੇਗਾ। ਸੋ ਭਾਈ ਨਲ ਤੇ ਨੀਲ ਇਹ ਜਿਹੜੇ ਸਨ ਦੋਵੇਂ ਹੀ ਇਸ ਜਨਮ ਦੇ ਵਿੱਚ ਗੁਰੂ ਘਰ ਵਿੱਚ ਆਏ। ਧਿੰਗਣ ਤੇ ਮੱਧੂ ਦੇ ਰੂਪ 'ਚ ਸੇਵਾ ਕੀਤੀ ਗੁਰੂ ਘਰ ਦੀ, ਤੇ ਬ੍ਰਹਮ ਗਿਆਨੀ ਬਣੇ ਹਨ। ਬ੍ਰਹਮ ਗਿਆਨ ਭੇ ਨਹੀਂ ਲਖਾਏ। ਇਹ ਬ੍ਰਹਮ ਗਿਆਨੀ ਸਨ। ਮਹਾਰਾਜ ਕਹਿੰਦੇ ਇਹਨਾਂ ਨੂੰ ਆਪਣੇ ਆਪ ਨੂੰ ਸ਼ੋਅ ਨਹੀਂ ਕੀਤਾ। ਗਰੀਬ ਜੇ ਸਿੱਖ ਬਣ ਕੇ, ਸਾਦੇ ਜੇ ਕੱਪੜੇ ਪਾਟੇ ਜੇ ਪਾ ਛੱਡਣੇ, ਹੱਥ ਵਿੱਚ ਤੇਸਾ ਰੰਦਾ ਲੈ ਕੇ ਸਾਰਾ ਦਿਨ ਕੰਮ ਕਰਦੇ ਰਹਿਣਾ ਲੱਕੜੀ ਦਾ, ਤੇ ਗੁਰੂ 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 ਜਪਦੇ ਰਹਿਣਾ, ਲੱਕੜਾਂ ਪਾੜਨੀਆਂ, ਗੁਰੂ ਘਰ ਦੀ ਸੇਵਾ ਕਰਨੀ। ਹੈ ਸਨ ਬੜੀ ਮਹਾਨ ਆਤਮਾ, ਪਰ ਆਪਣੇ ਆਪ ਨੂੰ ਇਹਨਾਂ ਨੇ ਸ਼ੋਅ ਨਹੀਂ ਕੀਤਾ ਵੀ ਅਸੀਂ ਕੌਣ ਹਾਂ। ਹਾਂਜੀ। ਅਬ ਚਲ ਪਦ ਪ੍ਰਾਪਤ ਅਬ ਹੋਵਾ। ਛੇਵੇਂ ਪਾਤਸ਼ਾਹ ਕਹਿੰਦੇ ਭਾਈ ਇਹਨਾਂ ਨੂੰ ਹੁਣ ਉਹ ਪਦਵੀ ਪ੍ਰਾਪਤ ਹੋ ਗਈ ਹੈ ਜਿਹੜੀ ਚਲਾਏਮਾਨ ਨਹੀਂ ਹੋਣੀ। ਦੁਨੀਆ ਦੀਆਂ ਜਿੰਨੀਆਂ ਵੀ ਪਦਵੀਆਂ ਹਨ, ਜਿੰਨੇ ਵੀ ਅਹੁਦੇ ਹਨ, ਉਹ ਬਦਲ ਜਾਂਦੇ ਹਨ, ਉਹ ਖੁੱਸ ਜਾਂਦੇ ਹਨ। ਸਾਧ ਸੰਗਤ ਜੀ, ਜਿੱਡਾ ਮਰਜ਼ੀ ਕੋਈ ਰਾਜਾ ਮਹਾਰਾਜਾ ਬਣ ਜਾਵੇ, ਇੱਕ ਦਿਨ ਰਾਜ ਖੁੱਸ ਜਾਂਦਾ ਹੈ। ਪਰ ਜਿਹੜਾ ਬ੍ਰਹਮ ਗਿਆਨੀ ਦਾ ਰਾਜ ਹੈ ਨਾ, ਉਹ ਕਦੀ ਖੁੱਸਦਾ ਨਹੀਂ, ਉਹ ਅਟਲ ਹੈ, ਉਹ ਨਿਚਲ ਹੈ। ਇਹਨਾਂ ਨੂੰ ਨਿਚਲ ਰਾਜ ਪ੍ਰਾਪਤ ਹੋ ਗਿਆ ਹੈ। ਭੋਗ ਕਰਮ ਫਲ ਸਭ ਕੋ ਖੋਵਾ। ਜਿਹੜੇ ਕੋਈ ਪੂਰਬਲੇ ਜਨਮਾਂ ਦੇ ਕਰਮ ਸਨ, ਉਹਨਾਂ ਦਾ ਫਲ ਭੋਗਣਾ ਸੀ, ਉਹ ਭੋਗ ਲਿਆ, ਖਤਮ ਹੋ ਗਿਆ, ਮੁੱਕ ਗਿਆ। ਪਰਲਬਧ ਭੋਗੀ ਜਾਂਦੀ ਹੈ ਗਿਆਨੀ ਦੀ, ਤੇ ਜਿਹੜੇ ਨਿਮਿਤ ਤੇ ਪ੍ਰਾਸ਼ਚਿਤ ਕਰਮ ਆਦਿਕ ਜਿਹੜੇ ਹਨ, ਉਹ ਸਾਰੇ ਸੜ ਜਾਂਦੇ, ਦਗਧ ਹੋ ਜਾਂਦੇ ਹਨ। ਸੋ ਇਹਨਾਂ ਦੇ ਹੁਣ ਕਰਮ ਸਾਰੇ ਸਮਾਪਤ ਹੋ ਗਏ, ਕੁਲ ਨਾਸ ਕਰਮ ਨਾਸ ਹੋ ਗਈ। ਗੁਰੂ ਦੇ ਨਾਲ ਅਭੇਦ ਜੋਤ ਸਰੂਪੀ ਹੋ ਗਏ। ਸੁਣ ਕਰ ਸਗਰੇ ਸਿੱਖ ਬਿਸਮਾਏ। ਗੁਰੂ ਕੇ ਸਿੱਖਾਂ ਨੇ ਮਹਾਰਾਜ ਦੀ ਰਸਨਾ ਤੋਂ ਇਹ ਕਥਾ ਸੁਣੀ, ਬੜੇ ਹੈਰਾਨ ਹੋਏ। ਗਤ ਮਿਤ ਤੁਮਰੀ ਲਖੀ ਨਾ ਜਾਏ। ਕਹਿੰਦੇ ਸੱਚੇ ਪਾਤਸ਼ਾਹ ਜੀ, ਤੁਹਾਡੀ ਗਤ ਮਿਤ ਕੋਈ ਜਾਣ ਨਹੀਂ ਸਕਦਾ। ਅਸੀਂ ਉਹਨਾਂ ਨੂੰ ਐਵੇਂ ਹੀ ਗਰੀਬ ਜਿਹੇ ਸਿੱਖ ਸਮਝਦੇ ਸੀਗੇ ਵੀ ਉਹ ਤਾਂ ਵਿਚਾਰੇ ਐ ਮਾੜੇ ਜਿਹੇ ਗਰੀਬ ਘਰ ਦੇ ਬੱਚੇ ਹਨ, ਤਰਖਾਣ ਹਨ, ਗੁਰੂ ਘਰ ਦੇ ਵਿੱਚ ਆ ਕੇ ਲੱਕੜਾਂ ਪਾੜਦੇ ਹਨ, ਸੇਵਾ ਕਰਦੇ ਹਨ। ਪਰ ਇਹ ਨਹੀਂ ਵੀ ਇਹਨਾਂ ਦੀ ਆਤਮਾ ਕਿੰਨੀ ਮਹਾਨ ਹੈ, ਇਹ ਕਿੰਨੇ ਮਹਾਨ ਸਿੱਖ ਆਪ ਦੇ ਚਰਨਾਂ ਵਿੱਚ ਆ ਕੇ ਕਲਿਆਣ ਪ੍ਰਾਪਤ ਕਰ ਗਏ ਹਨ। ਕੋਈ ਨਾ ਜਾਣੈ ਮਹਿਮਾ ਸਗਰੀ। ਸੱਚੇ ਪਾਤਸ਼ਾਹ ਜੀ, ਤੁਹਾਡੀ ਸਾਰੀ ਮਹਿਮਾ ਨੂੰ ਕੋਈ ਨਹੀਂ ਜਾਣ ਸਕਦਾ। ਸਾਧ ਸੰਗਤ ਜੀ, ਅਸੀਂ ਕਈ ਵਾਰੀ ਅੱਜ ਵੀ ਸਿੱਖਾਂ ਨੂੰ ਪਛਾਣਦੇ ਨਹੀਂ। ਗੁਰੂ ਕੇ ਸਿੱਖ ਰੁਲੇ ਖੋਲੇ ਜੇ, ਮਾੜੇ ਜੇ, ਮਸਤਾਨੇ ਜੇ, ਭੈੜੇ ਜੇ ਕੱਪੜਿਆਂ ਵਿੱਚ ਫਿਰਦੇ ਹੋਣ, ਇਹ ਨਹੀਂ ਸਮਝਣਾ ਚਾਹੀਦਾ ਵੀ ਇਹ ਰੁਲੇ ਖੋਲੇ ਹਨ। ਬਲਕਿ ਮਹਾਰਾਜ ਬਾਣੀ 'ਚ ਕਹਿੰਦੇ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਸਾਰੀ ਦੁਨੀਆ ਦੇ ਰਾਜੇ ਹਨ। ਹਾਂਜੀ। ਤੀਨ ਲੋਕ ਮਹਿ ਮਹਾ ਉਜਗਰੀ। ਤਿੰਨਾਂ ਲੋਕਾਂ ਦੇ ਵਿੱਚ ਮਹਾਰਾਜ ਤੁਹਾਡੀ ਮਹਿਮਾ ਮਹਾਨ ਹੈ, ਤੁਹਾਡੇ ਸਿੱਖ ਵੀ ਬੜੇ ਮਹਾਨ ਹਨ। ਦੋਹਰਾ ਹੋਤੇ ਬੈਦ ਦੋਨ ਹੋ ਬੜੇ। ਸਾਧ ਸੰਗਤ ਜੀ, ਹੁਣ ਦੋ ਹੋਰ ਗੁਰਸਿੱਖਾਂ ਦੀ ਕਥਾ ਭਾਈ ਗੁਰਦਾਸ ਜੀ ਨੇ ਉਹਨਾਂ ਦਾ ਨਾਮ ਲਿਖਿਆ 11ਵੀਂ ਵਾਰ ਦੇ ਵਿੱਚ। ਬੜੇ ਵੱਡੇ ਵੈਦ ਸਨ। ਬਨਵਾਲੀ ਪਰਸਰਾਮ। ਇੱਕ ਦਾ ਨਾਮ ਸੀ ਬਨਵਾਲੀ ਤੇ ਇੱਕ ਦਾ ਨਾਮ ਸੀ ਭਾਈ ਪਰਸਰਾਮ। ਹਾਂਜੀ। ਸਿੱਖ ਸਾਧ ਕੋ ਰੁਜ ਹਰੈ। ਇਹ ਬੜੇ ਚੰਗੇ ਵੈਦ ਸਨ, ਸਿੱਖਾਂ ਦੀ ਸਾਧੂਆਂ ਦੀ ਦਵਾ ਬੂਟੀ ਕਰਦੇ ਸਨ, ਇਲਾਜ ਕਰਦੇ ਸਨ। ਕਿਸੇ ਸਿੱਖ ਨੂੰ ਕੋਈ ਪ੍ਰੋਬਲਮ ਹੋਵੇ ਉਹਨੂੰ ਦਵਾਈ ਦਿੰਦੇ ਸਨ।
ਔਰ ਨਿਸ਼ਕਾਮ ਅਨਾਮ। ਤੇ ਗੁਰੂ ਕੇ ਸਿੱਖ ਬੜੇ ਪ੍ਰੇਮ ਨਾਲ ਸੇਵਾ ਕਰਦੇ ਨਿਸ਼ਕਾਮ ਹੋ ਕੇ। ਚੌਪਈ ਅਵਖਦ ਨਿਜ ਧਨ ਲਾਏ ਬਣਾਵੈ। ਪੱਲਿਓਂ ਪੈਸਾ ਖਰਚ ਕੇ ਦਵਾਈ ਤਿਆਰ ਕਰਦੇ ਸਨ। ਕੋਲੋਂ ਪੈਸਾ ਲਾ ਕੇ ਦਵਾਈਆਂ ਬਣਾ ਕੇ ਰੱਖਦੇ ਸਨ। ਗੁਰੂ ਅਰਥ ਰੋਗੀਨ ਖੁਲਾਵੈ। ਜੇ ਕੋਈ ਗਰੀਬ ਪੈਸੇ ਨਹੀਂ ਦੇ ਸਕਦਾ ਉਹਨੂੰ ਫ੍ਰੀ ਦਵਾਈ ਦੇ ਦਿੰਦੇ ਸਨ। ਗੁਰੂ ਦਾ ਸਿੱਖ ਸਮਝ ਕੇ ਵੀ ਗੁਰੂ ਦਾ ਬੰਦਾ ਹੈ, ਕੋਈ ਇਨਸਾਨ ਹੈ, ਭਾਵੇਂ ਉਹ ਹਿੰਦੂ ਹੈ ਮੁਸਲਮਾਨ ਹੈ, ਗੁਰੂ ਮਹਾਰਾਜ ਦੇ ਸਿੱਖਾਂ ਦਾ ਰੂਪ ਸਮਝ ਕੇ, ਇਨਸਾਨ ਸਮਝ ਕੇ, ਭਗਵਾਨ ਦਾ ਰੂਪ ਸਮਝ ਕੇ ਭਾਈ ਪਰਸਰਾਮ ਜੀ ਤੇ ਭਾਈ ਬਨਵਾਲੀ ਜੀ ਦਵਾਈ ਦਿੰਦੇ ਸਨ। ਪਰਿਓ ਹੋਏ ਤਿਸ ਕੇ ਘਰ ਜਾਏ। ਪਤਾ ਲੱਗ ਜਾਵੇ ਵੀ ਫਲਾਣੇ ਪਿੰਡ 'ਚ ਕੋਈ ਬੰਦਾ ਮੰਜੇ ਤੇ ਪਿਆ ਹੈ, ਉਹਦੇ ਵਿਚਾਰੇ ਦਾ ਕੋਈ ਦਵਾਈ ਦਾਰੂ ਕਰਨ ਵਾਲਾ ਹੈ ਨਹੀਂ, ਕੋਈ ਸੇਵਾ ਕਰਨ ਵਾਲਾ ਨਹੀਂ, ਕੋਈ ਰਿਸ਼ਤੇਦਾਰ ਨਹੀਂ, ਉਹਦੇ ਘਰ ਚਲੇ ਜਾਂਦੇ ਸਨ। ਮੰਜੇ ਤੇ ਪਏ ਹੋਏ ਨੂੰ ਜਾ ਕੇ ਦਵਾਈ ਦਿੰਦੇ ਸਨ। ਅਵਖਦ ਬਲ ਤੇ ਦੇਤ ਉਠਾਏ। ਗੁਰੂ ਨਾਨਕ ਦੀ ਇੰਨੀ ਕਿਰਪਾ ਸੀ, ਜਿਹਨੂੰ 2 ਪੁੜੀਆਂ ਦੇ ਦਿੰਦੇ ਸੀ ਉੱਠ ਕੇ ਬਹਿ ਜਾਂਦਾ ਸੀ। ਦਵਾਈ 'ਚ ਬਰਕਤ ਸੀ, ਸ਼ਕਤੀ ਸੀ ਗੁਰੂ ਦੀ। ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪਦੇ, ਵਾਹਿਗੁਰੂ ਵਾਹਿਗੁਰੂ ਜਪਦੇ ਹੀ ਦਵਾਈ ਬਣਾਉਂਦੇ ਸਨ, ਵਾਹਿਗੁਰੂ ਵਾਹਿਗੁਰੂ ਜਪਦੇ ਹੀ ਦਵਾਈ ਖਵਾਉਂਦੇ ਸਨ। ਅਤੇ ਜਿਹਨੂੰ ਦਵਾਈ ਦਿੰਦੇ ਸਨ 2-4 ਪੁੜੀਆਂ ਖਾ ਕੇ ਉਹ 9 ਬਰਨੋਂ ਹੋ ਜਾਂਦਾ ਸੀ, ਉੱਠ ਕੇ ਬਹਿ ਜਾਂਦਾ ਸੀ। ਹਾਂਜੀ, ਸਤਿਗੁਰ ਸ਼ਬਦ ਪ੍ਰੇਮ ਤੇ ਗਾਵੈ। ਭਾਈ ਪਰਸਰਾਮ ਤੇ ਭਾਈ ਬਨਵਾਲੀ ਜਿੱਥੇ ਦਵਾਈ ਬੂਟੀ ਕਰਦੇ ਸਨ, ਲੋਕਾਂ ਦਾ ਇਲਾਜ ਕਰਦੇ ਸਨ, ਉੱਥੇ ਗੁਰਬਾਣੀ ਬੜੇ ਪ੍ਰੇਮ ਨਾਲ ਗਾਉਂਦੇ ਸਨ। ਹਾਂਜੀ, ਅਰਥ ਵਿਚਾਰ ਹੈ ਬਹੁਰ ਕਮਾਵੈ। ਜੋ ਵੀ ਗੁਰਬਾਣੀ ਉਹ ਗਾ ਕੇ ਪੜ੍ਹ ਕੇ ਸੁਣ ਕੇ ਉਹਦੇ ਅਰਥਾਂ ਦੀ ਵੀ ਵਿਚਾਰ ਕਰਦੇ ਸਨ ਵੀ ਗੁਰਬਾਣੀ ਕਹਿ ਕੀ ਰਹੀ ਹੈ, ਗੁਰਬਾਣੀ ਦਾ ਸਿਧਾਂਤ ਕੀ ਹੈ। ਫਿਰ ਜੋ ਗੁਰਬਾਣੀ ਦਾ ਹੁਕਮ ਸੀ ਉਹਨੂੰ ਕਮਾਉਂਦੇ ਵੀ ਸਨ, ਉਹਦੀ ਕਮਾਈ ਕਰਦੇ ਸਨ। ਹਾਂਜੀ, ਇੱਕ ਦਿਨ ਸ੍ਰੀ ਸਤਿਗੁਰੂ ਅਗਾਰੀ। ਇੱਕ ਦਿਨ ਮਹਾਰਾਜ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਦੇ ਸਾਹਮਣੇ ਕਰ ਜੋਰਤ ਅਰਦਾਸ ਉਚਾਰੀ। ਇਹਨਾਂ ਦੋਵਾਂ ਵੈਦਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ। ਸਾਚੇ ਪਾਤਸ਼ਾਹੋ ਹਮ ਜਾਨਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਅਸੀਂ ਜਾਣਿਆ ਹੈ। ਸਤਿਗੁਰ ਸ਼ਬਦ ਦੇਤ ਕਲਿਆਣਾ। ਇਹ ਸਮਝ ਆਈ ਹੈ ਵੀ ਆਪ ਜੀ ਦੀ ਬਾਣੀ, ਆਪ ਜੀ ਦਾ ਗੁਰਮੰਤਰ ਮੁਕਤੀ ਦਿੰਦਾ ਹੈ, ਕਲਿਆਣ ਦਿੰਦਾ ਹੈ। ਸਾਧ ਸੰਗ ਕੀ ਉਪਮਾ ਭਾਰੀ। ਆਪ ਜੀ ਦੀ ਬਾਣੀ ਦੇ ਵਿੱਚ ਸਾਧੂਆਂ ਦੀ ਬੜੀ ਮਹਿਮਾ ਹੈ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਨੈ ਤੇਤਾ ਬਖਿਆਨੈ। ਸਾਧ ਕੀ ਉਪਮਾ ਤਿਉ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਮਹਾਰਾਜ ਸਾਧੂ ਦੀ ਸੰਗਤ ਦਾ ਬਹੁਤ ਆਪ ਜੀ ਗੁਰੂ ਦੀ ਬਾਣੀ 'ਚ ਜਸ ਗਾਇਨ ਕਰਦੇ ਹੋ। ਕਿਉਂ ਸਤਿਗੁਰ ਨੇ ਇਤੀ ਉਚਾਰੀ। ਸਾਧੂਆਂ ਦੀ ਮਹਿਮਾ ਇੰਨੀ ਕਿਉਂ ਦੱਸੀ ਹੈ? ਸੰਤਾਂ ਮਹਾਂਪੁਰਸ਼ਾਂ ਭਗਤਾਂ ਰੱਬ ਦੇ ਪਿਆਰਿਆਂ ਦੀ ਸਭ ਤੋਂ ਜ਼ਿਆਦਾ ਸਿਫਤ ਗੁਰੂ ਗ੍ਰੰਥ ਸਾਹਿਬ 'ਚ ਸੰਤਾਂ ਮਹਾਂਪੁਰਸ਼ਾਂ ਦੀ, ਬ੍ਰਹਮ ਗਿਆਨੀਆਂ ਦੀ, ਰੱਬ ਦੇ ਪਿਆਰਿਆਂ ਭਗਤਾਂ ਦੀ ਹੈ। ਧੰਨ ਧੰਨ ਭਾਗ ਤਿਨਾ ਸੰਤ ਜਨਾ ਜੋ ਹਰ ਨਾਮਾ ਹਰ ਮੁਖ ਕਹਤੇ ਆ। ਧੰਨ ਧੰਨ ਭਾਗ ਤਿਨਾ ਭਗਤ ਜਨਾ ਜੋ ਹਰ ਜਸ ਸਰਵਣੀ ਸੁਣਤੇ ਆ। ਧੰਨ ਧੰਨ ਭਾਗ ਤਿਨਾ ਗੁਰਮੁਖਾਂ ਜੋ ਗੁਰਸਿੱਖ ਲੈ ਮਨ ਜਿਣਤੇ ਆ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜ੍ਹਤੇ ਆ। ਇਹ ਮਹਾਰਾਜ ਇੰਨੀ ਗੁਰਸਿੱਖਾਂ ਦੀ, ਸੰਤਾਂ ਮਹਾਂਪੁਰਸ਼ਾਂ ਦੀ ਮਹਿਮਾ ਸਤਿਗੁਰਾਂ ਨੇ ਕਿਉਂ ਲਿਖੀ ਹੈ? ਹਾਂਜੀ, ਸ੍ਰੀ ਮੁਖ ਤੇ ਤਿਨ ਸੋ ਤਬ ਕਹੈ। ਤਾਂ ਮਹਾਰਾਜ ਭਾਈ ਪਰਸਰਾਮ ਤੇ ਬਨਮਾਲੀ ਨੂੰ ਸਮਝਾਉਣ ਲੱਗੇ। ਅਵਖਦ ਸਭ ਰੋਗਨ ਕੋ ਅਹੈ। ਮਹਾਰਾਜ ਕਹਿੰਦੇ ਤੁਸੀਂ ਵੈਦ ਹੋ, ਤੁਹਾਨੂੰ ਪਤਾ ਹੈ ਵੀ ਹਰ ਬਿਮਾਰੀ ਦੀ ਦਵਾਈ ਵੀ ਹੁੰਦੀ ਹੈ। ਹਾਂਜੀ, ਤੁਮਨੇ ਕਰ ਸਭ ਘਰ ਮਹਿ ਰਾਖੀ। ਉਹ ਤੁਸੀਂ ਦਵਾਈਆਂ ਹਰ ਇੱਕ ਬਿਮਾਰੀ ਦੀਆਂ ਬਣਾ ਕੇ ਰੱਖੀਆਂ ਹੋਈਆਂ ਨੇ ਵੀ ਕਿਸੇ ਨੂੰ ਸ਼ੂਗਰ ਹੈ ਤੇ ਆਹ ਦਵਾਈ ਦੇਣੀ ਹੈ, ਕਿਸੇ ਨੂੰ ਸਿਰ ਪੀੜ ਹੈ ਤਾਂ ਆਹ ਦਵਾਈ ਦੇਣੀ ਹੈ, ਕਿਸੇ ਨੂੰ ਬੁਖਾਰ ਚੜ੍ਹਿਆ ਤਾਂ ਆਹ ਦਵਾਈ ਦੇਣੀ ਹੈ, ਜੇ ਕਿਸੇ ਦੇ ਢਿੱਡ 'ਚ ਪੀੜ ਹੈ ਤਾਂ ਉਹਦੀ ਆਹ ਪੁੜੀ ਦੇਣੀ ਹੈ। ਤੁਹਾਨੂੰ ਸਾਰਾ ਪਤਾ ਹੈ। ਰੋਗ ਆਤੁਰ ਆਵਹਿ ਹੋਏ ਕਾਖੀ। ਤੁਹਾਡੇ ਕੋਲ ਬਿਮਾਰ ਬੰਦੇ ਦਵਾਈ ਲੈਣ ਆਉਂਦੇ ਨੇ। ਦੇਖ ਨਾਟਕਾ ਕਰਹਿ ਵਿਚਾਰੀ। ਪਹਿਲਾਂ ਤੁਸੀਂ ਉਹਦੀ ਨਬਜ਼ ਦੇਖਦੇ ਹੋ, ਸਿੱਧੀ ਦਵਾਈ ਤਾਂ ਨਹੀਂ ਦਿੰਦੇ।
ਪਹਿਲਾਂ ਟੈਸਟ ਕਰਦੇ ਹੋ ਵੀ ਬੰਦੇ ਨੂੰ ਬਿਮਾਰੀ ਕਿਹੜੀ ਹੈ, ਫਿਰ ਹੀ ਦਵਾਈ ਦਿੰਦੇ ਹੋ। ਹਾਂਜੀ, ਗਰਮੀ ਸਰਦੀ ਕਫੀ ਉਦਾਰੀ। ਵੀ ਬੰਦੇ ਨੂੰ ਗਰਮੀ ਹੈ, ਸਰਦੀ ਹੈ, ਕਫ ਹੈ, ਇਹਨੂੰ ਪਿੱਤ ਹੈ, ਵਾਤ ਹੈ, ਉਹ ਸਾਰਾ ਤੁਸੀਂ ਨਬਜ਼ ਤੋਂ ਦੇਖ ਕੇ ਇਲਾਜ ਕਰਦੇ ਹੋ। ਨੀਕੇ ਜਬ ਪਰਖ ਹੋ ਤਬ ਦੇਤ। ਜਦੋਂ ਚੰਗੀ ਤਰ੍ਹਾਂ ਪਰਖ ਲੈਂਦੇ ਹੋ ਫਿਰ ਹੀ ਦਵਾਈ ਦਿੰਦੇ ਹੋ। ਐਵੇਂ ਤਾਂ ਨਹੀਂ ਦਵਾਈ ਫੜਾ ਦਿੰਦੇ ਵੀ ਖਾ ਲਈ, ਪਹਿਲਾਂ ਉਹਦੀ ਬਿਮਾਰੀ ਦੇ ਲੱਛਣ, ਉਹਦੇ ਕਾਰਨ ਸਮਝਦੇ ਹੋ, ਫਿਰ ਤੁਸੀਂ ਦਵਾਈ ਦਿੰਦੇ ਹੋ। ਬਹੁਰੋ ਪਥ ਬਤਾਏ ਸੁਖ ਹੇਤ। ਫਿਰ ਇਹ ਵੀ ਦੱਸਦੇ ਹੋ ਵੀ ਆਹ ਚੀਜ਼ ਖਾਣੀ ਹੈ, ਆਹ ਨਹੀਂ ਖਾਣੀ, ਉਹਨੂੰ ਸਾਰਾ ਇਹ ਪਰਹੇਜ਼ ਵੀ ਦੱਸਦੇ ਹੋ। ਹਾਂਜੀ, ਤਬ ਤਿਸ ਕੋ ਰੁਜ ਦੂਰ ਬਿਦਾਰੋ। ਉਹਦਾ ਰੋਗ ਤੁਸੀਂ ਦੂਰ ਕਰ ਦਿੰਦੇ ਹੋ। ਸਨੇ ਸਨੇ ਹੋਏ ਜਾਤ ਸੁਖਾਰੋ। ਹੌਲੇ ਹੌਲੇ ਉਹ ਬੰਦਾ ਰਾਜੀ ਹੋ ਜਾਂਦਾ ਹੈ। ਧਰੀ ਹੋਏ ਜੇ ਅਵਖਦ ਲਾਖ। ਕਹਿੰਦੇ ਲੱਖਾਂ ਦਵਾਈਆਂ ਬਣਾ ਕੇ ਰੱਖੀਆਂ ਹੋਣ, ਰੋਗੀ ਮਿਲੈ ਸਗਲ ਉਰ ਕਾਖ। ਤੇ ਰੋਗੀ ਵੀ ਆ ਜਾਣ ਪਰ ਉਹਨਾਂ ਨੂੰ ਕੋਈ ਦੱਸਣ ਵਾਲਾ ਨਾ ਹੋਵੇ ਵੀ ਇਹ ਦਵਾਈ ਹੈ ਫਲਾਣੀ ਬਿਮਾਰੀ ਦੀ, ਉਹ ਦਵਾਈ ਕਿਸੇ ਕੰਮ ਨਹੀਂ ਆਉਂਦੀ। ਹਾਂ, ਬਿਨਾ ਵੈਦ ਤੇ ਰੋਗ ਨਾ ਜਾਈ। ਵੈਦ ਹੋਵੇਗਾ, ਡਾਕਟਰ ਹੋਏਗਾ ਤੇ ਦੱਸੇਗਾ ਨਾ ਵੀ ਆਹ ਗੋਲੀ ਹੈ ਸਿਰ ਪੀੜ ਦੀ ਖਾਓ ਭਾਈ, ਆਹ ਪੇਟ ਪੀੜ ਦੀ ਹੈ, ਇਹ ਬਿਆਦ ਹਜਮੀ ਦੀ ਹੈ, ਇਹ ਸ਼ੂਗਰ ਦੀ ਹੈ। ਜੇ ਵੈਦ ਹੀ ਨਾ ਹੋਵੇ, ਡਾਕਟਰ ਹੀ ਨਾ ਹੋਵੇ, ਤਾਂ ਦਵਾਈ ਕਿਹੜੀ ਦੱਸਾਂਗੇ। ਇਹੋ ਨਿਸ਼ਚੈ ਜਨ ਹੋ ਸਮਦਾਈ। ਬਸ ਇਹੀ ਗੱਲ ਸਮਝ ਲਓ ਵੀ ਵੇਦਾਂ ਸ਼ਾਸਤਰਾਂ 'ਚ ਗ੍ਰੰਥਾਂ 'ਚ ਗਿਆਨ ਤਾਂ ਹੈ, ਪਰ ਉਸ ਗਿਆਨ ਦਾ ਕਿਸ ਬੰਦੇ ਤੇ ਕਿਸ ਤਰ੍ਹਾਂ ਇਸਤੇਮਾਲ ਹੋਣਾ ਹੈ, ਇਹ ਸਾਧੂ ਸੰਤ ਹੀ ਦੱਸ ਸਕਦੇ ਹਨ। ਗੁਰੂ ਸਾਹਿਬ ਨੇ ਬੜੇ ਪ੍ਰੇਮ ਨਾਲ, ਦਲੀਲ ਨਾਲ ਸਮਝਾ ਦਿੱਤਾ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਇਹ ਉਪਦੇਸ਼ ਅੱਗੇ ਵੀ ਚੱਲਦੇ ਰਹਿਣਗੇ, ਸੰਗਤਾਂ ਸਰਵਣ ਕਰਨਗੀਆਂ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਾਡੇ ਕੋਲ ਪਰਮ ਸਨਮਾਨਯੋਗ ਪੰਥ ਦੇ ਮਹਾਨ ਢਾਡੀ ਵਿਦਵਾਨ ਗਿਆਨੀ ਲਖਵਿੰਦਰ ਸਿੰਘ ਜੀ ਪਾਲ ਜੋਹਲ ਸਾਹਿਬ, ਸੋਹਲ ਸਾਹਿਬ, ਉਹ ਹਾਜ਼ਰੀਆਂ ਭਰ ਰਹੇ ਨੇ ਜਥੇ ਸਮੇਤ। ਅਤੇ ਸੋਹਲ ਸਾਹਿਬ ਦਾ ਜਥਾ ਇਸ ਹਫ਼ਤੇ ਸਾਨੂੰ ਨਿਹਾਲ ਕਰ ਰਿਹਾ, ਪਰ ਸੰਗਤਾਂ ਅਜੇ ਘਰਾਂ 'ਚੋਂ ਪੂਰੀਆਂ ਚਾਲੇ ਨਹੀਂ ਪਾਉਂਦੀਆਂ, 2-2 4-4 ਹਿੱਸੇ ਖਾ ਕੇ ਬੈਠਦੇ ਨੇ। ਬੇਨਤੀ ਹੈ ਵੀ ਇਹ 2-4 ਦਿਨ ਸਾਡੇ ਕੋਲ ਹਨ। ਨਗਰ ਕੀਰਤਨ ਪਰਸੋਂ ਹੈ, ਅਤੇ ਪਰਸੋਂ ਸਵੇਰੇ ਆਪਾਂ ਉੱਥੇ ਸ਼ੋਵਰ ਸੈਂਟਰ 'ਤੇ ਹਾਜ਼ਰੀਆਂ ਭਰਨੀਆਂ ਨੇ, ਨਗਰ ਕੀਰਤਨ 'ਚ ਵੀ ਸਾਰਾ ਦਿਨ। ਅਤੇ ਇਸ ਕਰਕੇ ਦੀਵਾਨਾਂ 'ਚ ਕੱਲ੍ਹ ਵੀ ਹਾਜ਼ਰੀਆਂ ਭਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਹੇ ਗੋਬਿੰਦ, ਹੇ ਗੋਪਾਲ।